ਵੈਲਕਮ ਟੂ ਇਲੈਕਟ੍ਰੋਨਿਕ ਵੋਕੇਸ਼ਨਲ। ਅੱਜ ਆਪਾਂ ਟੌਪਿਕ ਕਰਾਂਗੇ ਡਾਇਰੈਕਟ ਕਪਲਡ ਐਂਪਲੀਫਾਇਰ। ਇਸ ਐਂਪਲੀਫਾਇਰ ਨੂੰ DC ਐਂਪਲੀਫਾਇਰ ਵੀ ਕਿਹਾ ਜਾਂਦਾ ਹੈ। ਬਹੁਤ ਵਾਰ 1 ਮਾਰਕ ਦੇ ਵਿੱਚ ਇਹ ਆ ਜਾਂਦਾ ਹੈ। ਸੈਕੰਡਲੀ, ਇਹ ਜਿਹੜਾ ਐਂਪਲੀਫਾਇਰ ਹੈ ਇਹ ਸਿਰਫ ਲੋ ਫ੍ਰੀਕੁਐਂਸੀਜ਼ ਲਈ ਯੂਜ਼ ਹੁੰਦਾ ਹੈ। ਥਰਡ, ਇਹਦੇ ਵਿੱਚ ਕੋਈ ਵੀ ਕਪਲਿੰਗ ਡਿਵਾਈਸ ਨਹੀਂ ਹੁੰਦਾ। ਇਹਦੇ ਵਿੱਚ ਆਪਾਂ ਫਰਸਟ ਸਟੇਜ ਦੀ ਆਊਟਪੁੱਟ ਨੂੰ ਸੈਕਿੰਡ ਦੇ ਨਾਲ ਡਾਇਰੈਕਟਲੀ ਜੋੜਦੇ ਹਾਂ, ਇਸੇ ਲਈ ਇਸ ਦਾ ਨਾਮ ਹੈ ਡਾਇਰੈਕਟ ਕਪਲਡ ਐਂਪਲੀਫਾਇਰ। ਹੁਣ ਆਪਾਂ ਗੱਲ ਕਰਦੇ ਹਾਂ ਇਸ ਦੀ ਡਾਇਗਰਾਮ ਦੀ। ਇਹ ਹੈ ਆਪਣੀ ਫਰਸਟ ਸਟੇਜ ਐਂਪਲੀਫਾਇਰ। ਨੈਕਸਟ ਹੈ ਆਪਣੀ ਸੈਕਿੰਡ ਸਟੇਜ ਆਫ ਐਂਪਲੀਫਾਇਰ। ਇਸ ਦੇ ਵਿੱਚ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ, ਫਰਸਟ ਦੀ ਆਊਟਪੁੱਟ ਸੈਕਿੰਡ ਨੂੰ ਡਾਇਰੈਕਟਲੀ ਲਗਾ ਦਿੱਤੀ ਜਾਂਦੀ ਹੈ, ਵਿੱਚ ਕੋਈ ਵੀ ਕਪਲਿੰਗ ਡਿਵਾਈਸ ਨਹੀਂ ਹੈਗਾ। ਇੱਥੇ ਆਪਾਂ ਫਰਸਟ ਤੇ ਇਨਪੁੱਟ ਦੇਵਾਂਗੇ, ਐਂਡ ਤੇ ਅਸੀਂ ਐਂਪਲੀਫਾਈ ਹੋਈ ਆਊਟਪੁੱਟ ਲਵਾਂਗੇ। ਇੱਥੇ ਅਸੀਂ ਜੋ ਵੀ ਇਨਪੁੱਟ ਦੇਵਾਂਗੇ, ਫਰਸਟ ਸਟੇਜ ਉਹਨੂੰ 180 ਡਿਗਰੀ ਫੇਸ ਸ਼ਿਫਟ ਦੇ ਨਾਲ ਥੋੜਾ ਐਂਪਲੀਫਾਈ ਕਰ ਦੂ। ਫਿਰ ਅਸੀਂ ਡਾਇਰੈਕਟਲੀ ਇਹ ਆਊਟਪੁੱਟ ਸੈਕਿੰਡ ਦੀ ਇਨਪੁੱਟ ਨੂੰ ਦੇਤੀ। ਸੈਕਿੰਡ ਸਟੇਜ 180 ਡਿਗਰੀ ਫੇਸ ਸ਼ਿਫਟ ਦੇ ਨਾਲ ਫਿਰ ਇਹਨੂੰ ਦੁਬਾਰਾ ਕੀ ਕਰ ਦੂਗੀ, ਐਂਪਲੀਫਾਈ। ਇਸ ਤਰ੍ਹਾਂ ਡਾਇਰੈਕਟਲੀ ਅਸੀਂ ਬਿਨਾਂ ਕਿਸੇ ਕਪਲਿੰਗ ਡਿਵਾਈਸ ਤੋਂ ਸਾਡੀ ਜਿਹੜੀ ਆਊਟਪੁੱਟ ਹੈ ਉਹਨੂੰ 2 ਟਾਈਮ ਐਂਪਲੀਫਾਈ ਕਰ ਲਿਆ, ਲੇਕਿਨ ਇਹ ਸਿਰਫ ਯੂਜ਼ ਕੀਤਾ ਜਾਂਦਾ ਫਾਰ ਲੋ ਫ੍ਰੀਕੁਐਂਸੀਜ਼। ਹੁਣ ਆਪਾਂ ਗੱਲ ਕਰਦੇ ਹਾਂ ਇਸ ਦੇ ਸਰਕਿਟ ਡਾਇਗਰਾਮ ਬਾਰੇ। ਇਹ ਇਸ ਦਾ ਸਰਕਿਟ ਡਾਇਗਰਾਮ ਹੈ। ਇਸ ਦੇ ਵਿੱਚ ਦੇਖੋ, ਇਹ ਹੈ ਫਰਸਟ ਸਟੇਜ, ਇਹ ਹੈ ਸਾਡੀ ਸੈਕਿੰਡ ਸਟੇਜ। ਫਰਸਟ ਸਟੇਜ ਦੇ ਵਿੱਚ Q1 ਟਰਾਂਜਿਸਟਰ ਹੈ, ਸੈਕਿੰਡ ਦੇ ਵਿੱਚ Q2। ਇਸ ਦੇ ਵਿੱਚ ਦੇਖੋ R1, R2, RE ਬਾਈਸਿੰਗ ਦੇ ਲਈ ਯੂਜ਼ ਹੁੰਦੇ ਨੇ। ਇਹ ਸੇਮ ਉਹੀ ਸਰਕਿਟ ਹੈ ਜਿਹੜਾ ਆਪਾਂ ਸਾਰੇ ਐਂਪਲੀਫਾਇਰਸ 'ਚ ਯੂਜ਼ ਕਰਦੇ ਹਾਂ। NPN ਟਰਾਂਜਿਸਟਰ ਇਨ CE ਕਨਫਿਗਰੇਸ਼ਨ। RC ਤੋਂ ਸਾਨੂੰ ਆਊਟਪੁੱਟ ਮਿਲਦੀ ਹੈ। ਜਿਹੜੀ ਸੈਕਿੰਡ ਸਟੇਜ ਹੈ ਉਹਦੇ ਵਿੱਚ ਆਪਾਂ R1 ਔਰ 2 ਨਹੀਂ ਲਗਾਏ, ਕਿਉਂਕਿ ਇਹ ਆਲਰੇਡੀ ਬਾਇਸਡ ਹੈ, ਕਿਉਂਕਿ ਆਊਟਪੁੱਟ ਔਰ ਇਨਪੁੱਟ ਦੇ ਵਿੱਚ ਕੋਈ ਵੀ ਕਪਲਿੰਗ ਡਿਵਾਈਸ ਨਹੀਂ ਹੈ। ਹੁਣ ਦੇਖੋ, ਆਪਾਂ ਸ਼ੁਰੂ ਕਰਦੇ ਹਾਂ। ਇੱਥੋਂ ਅਸੀਂ ਇਨਪੁੱਟ ਦਿੱਤੀ ਬੇਸ ਨੂੰ, ਟਰਾਂਜਿਸਟਰ Q1 ਨੂੰ। Q1 ਕੀ ਕਰੇਗਾ, ਇੱਥੇ ਆਊਟਪੁੱਟ ਆਏਗੀ। ਆਊਟਪੁੱਟ ਜਿਹੜੀ ਸਾਨੂੰ ਮਿਲੇਗੀ ਉਹ 180 ਡਿਗਰੀ ਇਨਵਰਟ ਵੀ ਹੈ ਤੇ ਐਂਪਲੀਫਾਈ ਵੀ ਹੈ। ਹੁਣ ਇਹ ਆਊਟਪੁੱਟ ਸਿੱਧੇ ਤੌਰ ਤੇ ਅਸੀਂ ਦੇ ਦਾਂਗੇ ਟਰਾਂਜਿਸਟਰ Q2 ਦੇ ਬੇਸ ਨੂੰ, ਕੋਈ ਵੀ ਕਪਲਿੰਗ ਤੋਂ ਬਿਨਾਂ, ਡਾਇਰੈਕਟਲੀ। ਸੈਕਿੰਡ ਦੀ RC ਕਲੈਕਟਰ ਤੇ ਸਾਨੂੰ ਕੀ ਮਿਲੇਗੀ, ਆਊਟਪੁੱਟ। ਇਹ ਆਊਟਪੁੱਟ 180 ਡਿਗਰੀ ਇਨਵਰਟ ਵੀ ਹੋਗੀ ਤੇ ਹੋਰ ਕੀ ਹੋਗੀ, ਐਂਪਲੀਫਾਈ। ਇਸ ਤਰ੍ਹਾਂ ਫਰਸਟ ਔਰ ਸੈਕਿੰਡ ਸਟੇਜ ਸਾਡੇ ਇਹ ਇਨਪੁੱਟ ਸਿਗਨਲ ਨੂੰ ਐਂਪਲੀਫਾਈ ਕਰ ਰਹੀਆਂ ਨੇ ਵਿਦਆਊਟ ਐਨੀ ਕਪਲਿੰਗ ਡਿਵਾਈਸ। ਹਾਂਜੀ, ਨੈਕਸਟ ਆਪਾਂ ਕਰਦੇ ਹਾਂ ਇਸ ਦੇ ਲਾਭ, ਇਸ ਦੇ ਐਡਵਾਂਟੇਜ। ਇਹ ਸਰਕਿਟ ਬਹੁਤ ਹੀ ਸਾਦਾ ਹੈ, ਕਿਉਂਕਿ ਇਸ ਦੇ ਵਿੱਚ ਕੰਪੋਨੈਂਟ ਦੂਜੇ ਐਂਪਲੀਫਾਇਰਸ ਦੇ ਮੁਕਾਬਲੇ ਘੱਟ ਹਨ। ਦੂਸਰਾ, ਇਸ ਦੀ ਕੀਮਤ ਘੱਟ ਹੈ, ਕਿਉਂਕਿ ਇਸ ਦੇ ਵਿੱਚ ਕੋਈ ਵੀ ਕਪਲਿੰਗ ਡਿਵਾਈਸ ਨਹੀਂ ਹੈ। ਹਾਨੀਆਂ ਇਹ ਸਿਰਫ ਲੋ ਫ੍ਰੀਕੁਐਂਸੀਜ਼ ਨੂੰ ਐਂਪਲੀਫਾਈ ਕਰਨ ਲਈ ਵਰਤਿਆ ਜਾਂਦਾ ਹੈ। ਹਾਈ ਫ੍ਰੀਕੁਐਂਸੀਜ਼ ਤੇ ਇਹ ਕੰਮ ਨਹੀਂ ਕਰਦਾ। ਇਸ ਦੀ ਆਊਟਪੁੱਟ ਤਾਪਮਾਨ ਦੇ ਨਾਲ ਵੇਰੀ ਕਰ ਜਾਂਦੀ ਹੈ। ਤਾਪਮਾਨ ਵਧਣ ਦੇ ਨਾਲ ਇਹਦੀ ਆਊਟਪੁੱਟ ਬਦਲ ਜਾਂਦੀ ਹੈ। ਲਾਸਟ ਨੇ ਐਪਲੀਕੇਸ਼ਨ ਵਿੱਚ ਕੋਈ ਵੀ 4 ਜਾਂ 5 ਤੁਸੀਂ ਲਿਖ ਸਕਦੇ ਹੋ। ਇਹ ਬਹੁਤ ਸਾਰੇ ਇਲੈਕਟ੍ਰੋਨਿਕ ਡਿਵਾਈਸਿਸ ਵਿੱਚ ਵਰਤਿਆ ਜਾਂਦਾ ਹੈ, ਜਿਵੇਂ ਕਿ ਕੰਪਿਊਟਰ, TV ਰਿਸੀਵਰਸ, ਪਲਸ ਐਂਪਲੀਫਾਇਰ, ਡਿਫਰੈਂਸ਼ੀਅਲ ਐਂਪਲੀਫਾਇਰ ਜਾਂ ਬਹੁਤ ਸਾਰੇ ਇਲੈਕਟ੍ਰੋਨਿਕ ਇੰਸਟਰੂਮੈਂਟਸ। ਸੋ ਇਹ ਸੀਗਾ ਆਪਣਾ ਡਾਇਰੈਕਟ ਕਪਲ ਐਂਪਲੀਫਾਇਰ। ਨੈਕਸਟ ਵੀਡੀਓ ਦੇ ਵਿੱਚ ਆਪਾਂ ਇਹਨਾਂ ਦਾ ਕੰਪੈਰੀਜ਼ਨ ਕਰਾਂਗੇ। ਥੈਂਕ ਯੂ।